के पासों में रहे
अठ सठ तीर्थ सगल पुन जी दया परवान सच्चे मार्ग चलदिया उस्तत करे जहान माप मचन सब साधुआ दूरी कर इश्नान माप मचन सब साधुआ दूरी कर इश्नान हर का नाम आए कमलो भगवान सच्चे मार्ग चलदिया उस्तत करे सच्चे मार्ग चलदिया उस्तत करे काम क्रोध मान मोहिए काम क्रोध मान मोहिए मरते जाए कुमार काम क्रोध ना मोहिए काम क्रोध ना मोहिए जिनसे लोग समान जिनसे लोग समान सच्चे मार्ग चलदिया उस्तत करे उस्तत करे मांस जैसे बनी है मांस जैसे बनी है मांस जैसे बनी है जिन पूरा मेहरबान जिन पूरा मेहरबान पूरा मेहरबान तुमका ये डोले प्राणिया खुद रखेगा सिरजनवा तुमका ये डोले प्राणिया खुद रखेगा सिरजनवा रखेगा सिरजनवा रखेगा सिरजनवा सच्चे मार्ग चलदिया उस्तत करे जहान सच्चे मार्ग चलदिया उस्तत करे जहान उस्तत करे जहान उस्तत करे
तिन्हां दी कमाई दा ध्यान धर के खालसा जी बोलो जी ਵਾਹਿਗੁਰੂ सच्चा तख्तां ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਜਿਸਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਜਿਤਿਆ ਵੇ ਜਿਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਚਿਆਰੇ ਆਏ ਤੂੰ ਦੇਖ ਤੇਗ ਵਤਏ ਵਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਰ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀਆਂ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਝੋਟਿਆਂ ਦੀ ਓਟ ਧੰਨ 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 ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਸਥਾਨ ਸ੍ਰੀ ਭੋਰਾ ਸਾਹਿਬ ਜੀ ਦੀਵਾਨ ਹਾਲ ਵਿਖੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਨੰਦ ਸਾਹਿਬ ਜੀ ਦੇ ਛੇ ਪੌੜੀਆਂ ਨੇ ਅੰਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਵਿਦ ਦਇਆ ਨ ਜਾਈ ਹਾਰ ਧਨ ਸੰਚੀਐ ਭਾਈ ਜੇ ਹਰਤ ਪਲਤ ਹਰ ਹੋਏ ਸਖਾਈ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਢੋਵਾ ਹਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਸੱਚੇ ਪਾਤਸ਼ਾਹ ਦੀ ਕਾਲੇ ਕਾਨੂੰਨਾਂ ਦੇ ਖਿਲਾਫ ਪ੍ਰਾਪਤ ਕਰਨ ਤੇ ਸੱਚੇ ਪਾਤਸ਼ਾਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦਾ ਕੋਟ ਧੰਨਵਾਦ ਕਰਦੇ ਹਾਂ ਸ਼ੁਕਰਾਨੇ ਵਜੋਂ ਆਪ ਜੀ ਕੇ ਮੁਬਾਰਕ ਚਰਨ ਪਰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪਰਸੋਂ ਵਾਲੇ ਰੋਜ਼ ਤੋਂ ਪ੍ਰਾਰੰਭ ਕਰਵਾਏ ਸਨ ਨਿਰਵਿਘਨ ਸੰਪੂਰਨ ਭੋਗ ਪਾਏ ਗਏ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਆਪ ਜੀ ਨੂੰ ਸਮੇਤ ਭੇਟਾ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਅੰਗੀਕਾਰ ਹੋਵਨ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸੱਜ ਕਰਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਗੁਰੂ ਗਰੀਬ ਨਵਾਜ
ਕੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਿਲ ਫੁੱਲ ਭੇਟਾ ਪ੍ਰਵਾਨ ਕਰਨਾ ਜੀ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਰਬੱਤ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਸੁਖ ਹੋਵੇ ਨਾਮ ਚਿਤ ਆਵੇ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਹੋਜ ਹੈ ਹੋਜ ਸ਼ਬਦ में देह ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ ਸਤਿ ਸ੍ਰੀ दूसरे सरदार सज्जन सिंह जमालपुर वो परिवार आया जो भी अपना सरपाओ प्रधान साहब को लैन तीसरे सरदार सदाकर सिंह ने उन्होंने का परिवार भी पहुंचा तो वो जरूर सरपाओ की जी आप बख्शिश लै लैन ये पिंड का प्रधान आया तो वो जरूर लै लें सरपाओ का ये मैं सोचता वा थोड़ा जहा ये सूबा ਵਧਾਇਆ ਜਾਵੇ मैंने साहब आके प्रोजेक्ट ਤੇ ਹੁਣ ਸਾਡੀ ਜਿਹੜੀ सूबा ਹੋਣਾ ਚੁੱਕੀ सूबे का सरदार ਸਿੰਘ ਕਲੇਰ ਸੰਭਾਲਿਆ ਉਹ ਸਰਦਾਰ ਜੀ ਸਦਾਕਰ ਸਿੰਘ ਦਾ ਸਰੂਪਾ ਹੋ ਲੈਣ ਜੀ ਆਜੋ ਪ੍ਰਧਾਨ ਜੀ ਆਜੋ ਜੀ ਆਓ ਨਗਰ ਸਿੰਘ ਦਾ ਪਰਿਵਾਰ ਲੈ ਗਿਆ ਜੀ ਸਤਿ ਸ੍ਰੀ ਅਕਾਲ ਹੁਣ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਕੋਲ ਸਾਡੇ ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਸੁਖਿੰਦਰ ਸਿੰਘ ਜੀ ਬਾਜਵਾ ਸਾਹਿਬ अच्छा हम मेरे पिंड के प्रधानों को बेनती है कि सारे आन के क्योंकि उन्होंने शमूलियत की बड़े जोर नाल सारे पिंडों के प्रधानों का मैं नाम बोलना जो पहुंचते रहन जी शेरों बाटा के कुलवंत सिंह प्रधान साहब वो पहुंच के सरपाओ लैन जी सरदार कुलवंत सिंह कहना 16 सिंह आ जी कानपुर के प्रधान ने जसवंत सिंह खजांची वो अपना सरपाओ लैन जी जोधे के प्रधान सरदार प्रदीप सिंह वो पहुंच जान बालसरा के सरदार बलजार सिंह वो पहुंच जान जी जोधे के सरदार प्रदीप सिंह बालसरा वाले पल्ला का रणधीर सिंह पल्ला वो पहुंच जान कट्टर भाणा का बलदेव सिंह जी प्रधान साहब
ਪਟਿਆਲਾ ਸਰਦਾਰ ਜੈਲ ਸਿੰਘ ਆਇਆ ਸੰਤੋਖ ਸਿੰਘ ਹੋਣਾ ਆਇਆ ਆਓ ਸੰਤੋਖ ਸਿੰਘ ਆ ਜੀ ਪਟਿਆਲੇ ਨੂੰ ਸਤੋਵਾਲ ਤੋਂ ਸਰਦਾਰ ਧਰਮ ਸਿੰਘ ਜੀ ਸਤੋਵਾਲ ਤੋਂ ਸਰਦਾਰ ਧਰਮ ਸਿੰਘ ਉਸ ਨੂੰ ਬੋਲ ਲੈਣ ਬਤਾਲੇ ਤੋਂ ਸਰਦਾਰ ਪ੍ਰਦੀਪ ਸਿੰਘ ਜੀ ਉਹ ਆਪਣਾ ਸਰਬੋਲ ਲੈਣ ਬਤਾਲਾ ਬੋਲੇ ਜੇ ਨਹੀਂ ਆਏ ਤਾਂ ਦਰਸ਼ਨ ਸਿੰਘ ਆਏ ਹੋਣੇ ਖਜ਼ਾਨਚੀ ਸਾਹਿਬ ਪਰਮਜੀਤ ਸਿੰਘ ਡਾਂਗਾ ਨਹੀਂ ਆਏ ਤੇ ਸਰਦਾਰ ਦਰਸ਼ਨ ਸਿੰਘ ਹੋਣੇ ਆ ਉਹ ਪਹੁੰਚ ਜਾਣਗੇ ਹਾਂਜੀ ਜਗੋਵਾਲ ਧਰਮ ਸਿੰਘ ਗੁਰਦਾਸਪੁਰ ਤੋਂ ਸਰਦਾਰ ਗੁਰਜੀਤ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਜੀ ਗੁਰਦਾਸਪੁਰ ਤੋਂ ਗੱਡੀਆਂ ਤੋਂ ਸਰਦਾਰ ਅਜੀਤ ਸਿੰਘ ਪ੍ਰਧਾਨ ਸਾਹਿਬ ਉਹ ਆ ਗਏ ਗੱਡੀਆਂ ਤੋਂ ਸਰਦਾਰ ਅਜੀਤ ਸਿੰਘ ਜੀ ਗੁਰਦਾਸਪੁਰ ਸਰਜੀਤ ਸਿੰਘ ਛਾਪੇ ਵਾਲੀ ਸਰਦਾਰ ਤਰਸੇਮ ਸਿੰਘ ਉੱਥੋਂ ਜੀ ਦੱਸੋ ਜੀ ਉਮਰਾ ਮੈਨੂੰ ਤੋਂ ਸਰਦਾਰ ਰਣਜੀਤ ਸਿੰਘ ਜੀ ਉਮਰਾ ਮੈਨੂੰ ਸਰਦਾਰ ਰਣਜੀਤ ਸਿੰਘ ਵੀ ਆ ਜਾਣਾ ਜੀਰ ਕੋਲਰ ਸੂਬਾ ਸਿੰਘ ਜੀਰ ਕੋਲਰ ਸੂਬਾ ਸਿੰਘ ਕਾਲੇ ਪਿੰਡ ਤੋਂ ਸਰਦਾਰ ਬਲਦੇਵ ਸਿੰਘ ਸੂਬਾ ਸਿੰਘ ਜੀਰ ਕੋਲਰ ਗੁਰਮੀਤ ਸਿੰਘ ਕਾਲੇ ਪਿੰਡ ਤੋਂ ਬਲਦੇਵ ਸਿੰਘ ਜਸਪਾਲ ਤੋਂ ਦਵਿੰਦਰ ਸਿੰਘ ਪ੍ਰਧਾਨ ਸਾਹਿਬ ਲੋਹਗੜ੍ਹ ਤੋਂ ਸੁਰਿੰਦਰ ਸਿੰਘ ਲੋਹਗੜ੍ਹ ਬਿੰਦੂ ਭੱਜਿਆ ਨਾ ਲੋਹਗੜ੍ਹ ਤੋਂ ਸਰਦਾਰ ਸੁਰਿੰਦਰ ਸਿੰਘ ਬਿੰਦੂ ਸਰਦਾਰ ਤੋਂ ਸਤਨਾਮ ਸਿੰਘ ਜੀ ਆਪਣਾ ਸਰਪਾ ਲਓ ਸਰਦਾਰ ਸਤਨਾਮ ਸਿੰਘ ਆਇਆ ਵਾ ਕਲੇਰ ਕੁਮਾਰ ਤੋਂ ਸੂਬੇਦਾਰ ਸਤਨਾਮ ਸਿੰਘ ਕਲੇਰ ਕੁਮਾਰ ਤੋਂ ਸੂਬੇਦਾਰ ਸਤਨਾਮ ਸਿੰਘ ਨਰਿੰਦਰਪੁਰ ਤੋਂ ਜੱਸਾ ਸਿੰਘ ਆਜੋ ਨਰਿੰਦਰਪੁਰ ਜੱਸਾ ਸਿੰਘ ਜੀ ਜ਼ਿੰਮੇਵਾਰ ਸਰਦਾਰ ਹਰਦੀਪ ਸਿੰਘ ਪ੍ਰਧਾਨ ਸਾਹਿਬ ਜੀਨੇ ਬਾਠ ਹਰਦੀਪ ਸਿੰਘ ਬੁੜੇ ਨਗਰ ਤੋਂ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਉਹ ਵੀ ਆਏ ਨੇ ਤੇ ਆਪਣਾ ਸਰਬੋਲ ਲੈਣ ਬੁੜੇ ਨਗਰ ਤੋਂ ਬੀਬੀ ਗੁਰਮੀਤ ਕੌਰ ਕੁਲਵਿੰਦਰ ਕੌਰ ਬਡਾਲਾ ਤੋਂ ਸਰਦਾਰ ਪ੍ਰਤਾਪ ਸਿੰਘ ਬਡਾਲਾ ਤੋਂ ਸਰਦਾਰ ਮੁਖਤਾਰ ਸਿੰਘ ਦੋਨੋਂ ਨਗਰ ਤੋਂ ਗੁਰਵਿੰਦਰ ਸਿੰਘ ਦੋਨੋਂ ਨਗਰ ਗੁਰਵਿੰਦਰ ਸਿੰਘ ਜਮਾਲਪੁਰ ਤੋਂ ਬੀਬੀ ਰਾਜਵੀਰ ਕੌਰ ਹੈ ਪ੍ਰਧਾਨ ਜੀ ਜਮਾਲਪੁਰ ਤੋਂ ਬੀਬੀ ਰਾਜਵੀਰ ਕੌਰ ਪ੍ਰਧਾਨ ਹੋਈ ਆਪਣਾ ਸਰਬੋਲੈਂਡ ਜੀ ਇਸੇ ਤਰ੍ਹਾਂ ਸਾਡੇ ਜੋਰ ਸਿੱਧਰੇ ਤੇ ਪਾਗੂ ਸਾਹਿਬ ਪ੍ਰਧਾਨ ਸਾਹਿਬ ਤੋਂ ਸਰਬੋਲੈਂਡ ਸੁਖਰਾਮ ਸਿੰਘ ਪਟਿਆਲਾ ਸਾਡੇ ਜੋਰ ਦੇ ਸੀਨੀਅਰ ਪ੍ਰਧਾਨ ਦੇ ਪਹਿਲਾਂ ਤੋਂ ਪ੍ਰਧਾਨ ਦੇ ਸਮਝਵੇਂ ਨਾਲ ਬੋਲੇ ਸੋਨਿਆਲ ਕਮਜ਼ੋਰ ਹੋ ਕਰਕੇ ਹੋ ਨਹੀਂ ਹੁਣ
ਬਲਜੀਤ ਸਿੰਘ ਬਟਾਲਾ, ਜੋਗਿੰਦਰ ਸਿੰਘ ਜਲਾਲਪੁਰ, ਜੋਗਿੰਦਰ ਸਿੰਘ ਆਪ ਹੀ ਆਉਗੇ ਇਹਨਾਂ ਨੂੰ ਨਾਮ ਬੋਲਦਾ ਹੈ। ਬਲਜੀਤ ਸਿੰਘ ਬਟਾਲਾ, ਜੋਗਿੰਦਰ ਸਿੰਘ ਗੁਰਦਾਸਪੁਰ, ਮਲਕੀਤ ਸਿੰਘ ਗੁਰਦਾਸਪੁਰ, ਬਲਸ਼ਰਨ ਸਿੰਘ ਜਮਾਲਪੁਰ, ਮਲਕੀਤ ਸਿੰਘ ਗੁਰਦਾਸਪੁਰ, ਕਰਮ ਸਿੰਘ ਬਾਲਸਰਾ, ਕਰਮ ਸਿੰਘ ਜੀ ਆਓ ਬਲਸ਼ਰਨ ਸਿੰਘ ਜਮਾਲਪੁਰ, ਪਹਿਲਾਂ ਪੁੱਛਣ ਡਿਆ ਮਲਕੀਤ ਸਿੰਘ ਗੁਰਦਾਸਪੁਰ, ਬਲਸ਼ਰਨ ਸਿੰਘ, ਅਮਰੀਕ ਸਿੰਘ ਜਮਾਲਪੁਰ, ਬਲਵਿੰਦਰ ਸਿੰਘ ਜ਼ੀਰੋਪਾੜਾ, ਮਲਕੀਤ ਸਿੰਘ ਕਾਲੇਕੇ, ਬਲਵਿੰਦਰ ਸਿੰਘ ਜ਼ੀਰੋਪਾੜਾ, ਮਲਕੀਤ ਸਿੰਘ ਕਾਲੇਕੇ ਤੇ ਮੇਰੇ ਤੇ ਵੀ ਕਿਰਪਾ ਕਰਦੇ ਜੀ ਸੰਤੋਖ ਸਿੰਘ ਸੁਭਾਅ। ਮਲਕੀਤ ਸਿੰਘ ਕਾਲੇਕੇ ਨਹੀਂ ਆਏ। ਇਹ ਸਾਡੇ ਨਾਲ ਜਿੰਨੇ ਵੀ ਬੋਲੇ ਸੋ ਹੁਣ ਸਾਡੇ ਮੈਂਬਰ ਸਾਹਿਬ ਨੇ ਗੁਰਦੁਆਰਾ ਸਾਹਿਬ ਵੱਲੋਂ ਸਨਮਾਨ ਕਰ ਰਹੇ ਸਾਡੇ ਪ੍ਰਧਾਨ ਸਾਹਿਬ ਨੂੰ ਸਰਦਾਰ ਸਰਦਾਰ ਸਿੰਘ ਮਨਸੂਰ ਬੋਲੇ ਸੋ ਸ੍ਰੀ ਅਕਾਲ। ਇਹ ਜਥੇਬੰਦੀ ਵੱਲੋਂ ਬੋਲੇ ਸ੍ਰੀ ਅਕਾਲ। ਆਓ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੋਰ ਕਿਸੇ ਸੁਣ ਬੋਲੇ ਸੋ ਨਿਹਾਲ ਸ੍ਰੀ ਅਕਾਲ। ਇੱਕ ਸੇ ਬੋਲ ਇੱਕ ਜਾਨ ਸੀ ਬੋਲੇ ਸੋ ਨਿਹਾਲ ਹੋਰ ਇੱਕ ਪੱਤਰਕਾਰ ਆਏ ਸੀ ਚਲੋ ਚਲੋ ਬਹੁਤ ਬਹੁਤ ਧੰਨਵਾਦ ਡੀਐਸਪੀ ਸਾਹਿਬ ਦਾ ਬੱਚਾ ਨੇ ਆਪਣਾ ਕੀਮਤੀ ਟਾਈਮ ਬੈਠਣਾ ਜਿੱਤ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ ਗਿਆ ਵਾ, ਜਿਹਦੇ ਵਿੱਚ ਦਿੱਲੀ ਮੋਰਚੇ ਦੇ ਸ਼ਹੀਦ ਹੋਏ ਸਿੰਘਾਂ ਜਾਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦ ਹੋਏ, ਇਸ ਤੋਂ ਇਲਾਵਾ ਸਾਰੇ ਹੀ ਸਾਡੇ ਜਿਹੜੇ ਪਿੰਡਾਂ ਦੇ ਪ੍ਰਧਾਨ ਜਾਂ ਸਾਰੇ ਹੀ ਵਰਕਰ ਜੋ ਦਿੱਲੀ ਮੋਰਚੇ ਦੇ ਹਿੱਸਾ ਲੈਂਦੇ ਰਹੇ, ਬੜੀ ਚੜ੍ਹਦੀ ਕਲਾ ਨਾਲ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹਦਾ ਦੇਖੋ ਇਹਦਾ ਇਹੀ ਮਤਲਬ ਹੈ ਕਿ ਲੋਕਾਂ ਨੂੰ ਇੱਕ ਪ੍ਰੇਰਨਾ ਮਿਲੇ, ਜਨਤਾ ਨੂੰ ਇੱਕ ਪ੍ਰੇਰਨਾ ਮਿਲੇ। ਸੰਘਰਸ਼ ਤੋਂ ਬਗੈਰ ਦੁਨੀਆ ਦੇ ਵਿੱਚ ਕੁਝ ਨਹੀਂ ਮਿਲਦਾ। ਇਹੀ ਸਿਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਆ। ਉਹਨਾਂ ਨੇ ਆਪਣੀ ਜ਼ਿੰਦਗੀ 'ਚ ਸੰਘਰਸ਼ ਕੀਤਾ, ਹਰ ਜ਼ੁਲਮ ਜ਼ਬਰ ਦੇ ਖਿਲਾਫ ਆਵਾਜ਼ ਉਠਾਈ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਦੀਆਂ ਹਕੂਮਤਾਂ ਨੂੰ, ਆਪਣੇ ਸਮੇਂ ਦੀਆਂ ਸਰਕਾਰਾਂ ਨੂੰ ਜਿਹੜੀਆਂ ਜ਼ੁਲਮ ਤੇ ਜ਼ਬਰ ਕਰਦੀਆਂ ਸੀ ਲੋਕਾਂ ਦੇ, ਉਹਨਾਂ ਨੇ ਇੱਥੋਂ ਤੱਕ ਕਹਿਤਾ ਰਾਜੇ ਸ਼ੀ ਮੁਕੱਦਮ ਕੁੱਤੇ। ਉਹਨਾਂ ਵਾਸਤੇ ਬੜੇ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਦੇ ਜ਼ੁਲਮ ਤੇ ਜ਼ਬਰ ਨੂੰ
ਲੋਕਾਂ ਸਾਹਮਣੇ ਨੰਗਾ ਕੀਤਾ। ਉੱਥੋਂ ਹੀ ਸਾਨੂੰ ਪ੍ਰੇਰਨਾ ਲੈਂਦੇ ਹੋਏ ਜਿਹੜਾ ਸੰਘਰਸ਼ਮਈ ਜੀਵਨ ਆ ਉਹ ਜਿਉਣ ਦੀ ਜਿਹੜੀ ਆ ਇੱਕ ਢੰਗ ਤਰੀਕਾ ਮਿਲਦਾ ਵਾ ਜੋ ਗੁਰੂ ਸਾਹਿਬ ਨੇ ਪੂਰਨੇ ਪਾਏ ਜਾਂ ਜਿਹੜੀ ਸੇਧ ਦਿੱਤੀ ਗੁਰੂ ਨਾਨਕ ਸਾਹਿਬ ਨੇ ਉਹਦੇ ਉੱਤੇ ਚੱਲਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਹੁੰਦੀ ਹੈ। ਉਹ ਸ਼ਹੀਦੀ ਕਿਸ ਕਰਕੇ ਸੀ? ਜ਼ੁਲਮ ਤੇ ਜ਼ਬਰ ਦੇ ਖਿਲਾਫ ਸੀ ਜਹਾਂਗੀਰ ਦੇ। ਜਹਾਂਗੀਰ ਕਹਿ ਰਿਹਾ ਸੀ ਇੱਕ ਲਫ਼ਜ਼ ਆਹ ਸ਼ਬਦ ਵਿੱਚੋਂ ਕੱਢ ਦਿਓ ਗੁਰੂ ਗ੍ਰੰਥ ਸਾਹਿਬ ਦੇ। ਉਹਨਾਂ ਦਾ ਸ਼ਬਦ ਨਹੀਂ ਨਿਕਲ ਸਕਦਾ। ਤੇ ਫਿਰ ਉਹ ਸ਼ਹੀਦੀ ਹੋਈ, ਗੁਰੂ ਸਾਹਿਬ ਤੱਕ ਤਵੀਆਂ ਲਗਾਇਆ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੀਆਂ ਜਿਹੜੀਆਂ ਜੰਗਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਜਿਨ੍ਹਾਂ ਦੇ ਸਥਾਨਾਂ 'ਤੇ ਆਪਾਂ ਬੈਠੇ ਹੋਏ ਹਾਂ, ਸ਼ਾਇਦ ਦੁਨੀਆ 'ਚ ਕੋਈ ਮਿਸਾਲ ਨਹੀਂ ਮਿਲਦੀ। ਮਜਲੂਮਾਂ ਵਾਸਤੇ ਜਿਨ੍ਹਾਂ ਲੋਕਾਂ ਦੇ ਜ਼ੁਲਮ ਜ਼ਬਰ ਹੁੰਦਾ ਸੀ, ਕਸ਼ਮੀਰੀ ਪੰਡਤ ਜਦੋਂ ਆਏ ਆ ਤਾਂ ਉਹਨਾਂ ਵਾਸਤੇ ਉਹ ਸ਼ਬਦ ਵਰਤਿਆ ਸੀ ਜਿਹੜਾ ਅੱਜ ਵੀ ਆਪਾਂ ਪੜ੍ਹਦੇ ਹਾਂ, ਬਲ ਛੁੱਟ ਕੇ ਬੰਧਨ ਪੜੇ ਕੁਛ ਨਾ ਹੋ ਪਾਏ। ਇਹਨਾਂ ਦਾ ਬਲ ਛੁੱਟਿਆ ਪਿਆ, ਬੰਧਨ ਪਏ ਹੋਏ ਆ, ਕੁਛ ਨਹੀਂ ਕੀਤਾ ਜਾ ਸਕਦਾ। ਤੋਂ ਟਾਈਮ ਤੇ ਉਹਨਾਂ ਦੇ 9 ਸਾਲ ਦੇ ਛੋਟੇ ਬੇਟੇ ਨੇ ਕਿਹਾ ਸੀ ਕਿ ਇਹਨਾਂ ਦਾ ਕੋਈ ਰਾਹ ਰਸਤਾ ਨਿਕਲ ਸਕਦਾ, ਇਹਨਾਂ ਦੀ ਪਰੇਸ਼ਾਨੀ ਦੂਰ ਹੋ ਸਕਦੀ ਹੈ, ਕੀ ਇਹਦਾ ਕੋਈ ਪਾ ਹੋ ਸਕਦਾ ਜੋ ਇਹਨਾਂ ਦੇ ਜ਼ੁਲਮ ਤੇ ਜ਼ਬਰ ਹੋ ਰਿਹਾ। ਤੇ ਗੁਰੂ ਸਾਹਿਬ ਨੇ ਦੂਸਰਾ ਸ਼ਬਦ ਨਾਲ ਬੋਲਿਆ ਸੀ, ਬਲ ਹੁਆ ਬੰਧਨ ਛੁੱਟੇ, ਸਭ ਕੁਝ ਹੋ ਜਾਊਗਾ। ਵੀ ਬਲ ਪੈਦਾ ਕਰ ਲਓ, ਬੰਧਨ ਸਾਰੇ ਟੁੱਟ ਜਾਣਗੇ। ਇਹ ਸਾਨੂੰ ਇੱਕ ਜ਼ਿੰਦਗੀ ਜਿਉਣ ਦਾ ਇੱਕ ਰਸਤਾ ਮਿਲਦਾ ਜੇ ਇਸ ਸ਼ਬਦ ਤੇ ਅਮਲ ਕਰ ਲਈਏ ਤੇ ਜ਼ਿੰਦਗੀ ਦੀਆਂ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਪਣੇ ਆਪ ਹੱਲ ਹੋ ਜਾਂਦੀਆਂ। ਅਸੀਂ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਵਾਲੇ ਬੰਨੇ ਨੂੰ ਤੁਰ ਜਾਂਦੇ ਹਾਂ। ਉਸ ਤੋਂ ਬਾਅਦ ਵੀ ਦੇਖ ਲਓ ਗੁਰੂ ਸਾਹਿਬ ਦੀਆਂ ਸਾਰੇ ਪਰਿਵਾਰ ਦੀਆਂ ਸ਼ਹੀਦੀਆਂ, ਗੁਰੂ ਸਾਹਿਬ ਦੇ ਬੱਚਿਆਂ ਦੀਆਂ ਸ਼ਹੀਦੀਆਂ, 2 ਚਮਕੌਰ ਦੀ ਗੜੀ, 2 ਸਰਹੰਦ ਦੀ ਨੀਹਾਂ 'ਚ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ, ਉਸ ਤੋਂ ਬਾਅਦ ਲੱਖਾਂ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦੀਆਂ 18ਵੀਂ ਸਦੀ ਦੇ ਵਿੱਚ। ਇੱਕ ਸਿੱਖ ਇਤਿਹਾਸ ਹੈ। ਉਸ ਸਿੱਖ ਇਤਿਹਾਸ ਤੋਂ ਆਪਾਂ ਨੂੰ ਇਹ ਪ੍ਰੇਰਨਾ ਮਿਲਦੀ ਸੀ ਕਿ ਜੋ ਮੋਦੀ ਸਰਕਾਰ, ਜੋ ਦਿੱਲੀ ਦੀ ਹਕੂਮਤ ਹੈ, ਦਿੱਲੀ ਦੀ ਹਕੂਮਤ ਨਾਲ ਸਾਡਾ ਟੱਕਰ ਕੋਈ ਪਹਿਲੀ ਵਾਰ ਨਹੀਂ ਹੋਣ ਲੱਗੀ। ਦਿੱਲੀ ਦੀ ਹਕੂਮਤ ਨਾਲ ਇਤਿਹਾਸ ਦੇ ਵਿੱਚ ਬੜੀਆਂ ਬੜੀਆਂ ਟੱਕਰਾਂ ਹੋਈਆਂ। ਦਿੱਲੀ ਦੀਆਂ ਹਕੂਮਤਾਂ ਨੇ ਬੜੇ ਬੜੇ ਜ਼ੁਲਮ ਦੇ ਜ਼ਬਰ ਕੀਤੇ ਆ। ਦਿੱਲੀ ਦੀਆਂ ਹਕੂਮਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਲਈ ਆ ਦਿੱਲੀ ਦੇ ਵਿੱਚ, ਚਾਂਦਨੀ ਚੌਂਕ 'ਚ। ਇਸੇ ਦਿੱਲੀ ਦੀ ਟੱਕਰ ਦੇ ਵਿੱਚ ਭਾਈ ਦਿਆਲਾ ਜੀ, ਭਾਈ ਜੈਤਾ ਜੀ ਤੇ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ। ਮਤਲਬ ਦਿੱਲੀ ਦੇ ਨਾਲ ਸਾਡਾ ਬੜਾ ਗੂੜਾ ਨਾਤਾ ਵਾ। 18ਵੀਂ ਸਦੀ 'ਚ ਇਹੀ ਦਿੱਲੀ ਬਾਬਾ ਬਗੇਲ ਸਿੰਘ ਨੇ 19 ਵਾਰ ਜਿੱਤੀ ਆ। ਉੱਥੇ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੁੱਲੇ ਆ। ਤੋਂ ਉਸੇ ਦਿੱਲੀ ਦੀ ਹਕੂਮਤ ਨੇ ਜੋ ਨਿੱਜੀ ਕਰਦੀਆਂ, ਆਧਾਰੀ ਕਰਦੀਆਂ, ਸਾਰੀ ਕਰਦੀਆਂ ਨੀਤੀਆਂ ਲਾਗੂ ਕੀਤੀਆਂ, ਜੋ ਪਿਛਲੇ 75 ਸਾਲਾਂ ਤੋਂ ਚੱਲ ਰਹੀਆਂ, 30 ਸਾਲ ਤੋਂ ਨਿੱਜੀ ਕਰਦੀਆਂ ਨੀਤੀਆਂ ਬੜੀ ਤੇਜ਼ੀ ਨਾਲ ਚੱਲ ਰਹੀਆਂ। 90 ਤੋਂ ਬਾਅਦ, 92 ਤੋਂ ਬਾਅਦ ਜਦੋਂ ਮਨਮੋਹਨ ਸਿੰਘ ਜੀ ਵਿੱਤ ਮੰਤਰੀ ਬਣੇ ਆ, ਉਸ ਤੋਂ ਬਾਅਦ ਉਹ ਮੁੜ ਕੇ 10 ਸਾਲ ਪ੍ਰਧਾਨ ਮੰਤਰੀ ਰਹੇ। तो उस तो बाद मोदी 7.5 साल हो गए। ਉਹੀ ਨੀਤੀਆਂ ਜਿਹੜੀਆਂ ਜਿਹਦੇ ਨਾਲ ਕਿਸਾਨਾਂ ਮਜ਼ਦੂਰਾਂ ਦਾ ਕਿੱਤਾ ਤਬਾਹ ਹੋ ਰਿਹਾ, ਜਿਹਦੇ ਨਾਲ ਕਿਸਾਨਾਂ ਦੇ ਕਰਜ਼ੇ ਚੜ ਰਹੇ ਆ, ਜਿਹਦੇ ਨਾਲ ਖੁਦਕੁਸ਼ੀਆਂ ਹੋ ਰਹੀਆਂ। 4.5 ਲੱਖ ਤੇ 3.5 4 ਲੱਖ ਕਿਸਾਨ ਖੁਦਕੁਸ਼ੀ ਕਰਕੇ ਦੇਸ਼ ਦੇ ਵਿੱਚ ਹਰ ਅੱਧੇ ਘੰਟੇ ਬਾਅਦ ਇੱਕ ਖੁਦਕੁਸ਼ੀ ਦੇਸ਼ ਦੇ ਵਿੱਚ ਹੋ ਰਹੀ ਹੈ। 46 ਕਿਸਾਨ ਰੋਜ਼ ਖੁਦਕੁਸ਼ੀ ਕਰ ਰਹੇ। ਇਹ ਅੰਕੜੇ ਆ। ਦੇਸ਼ ਦਾ 73% 93% ਲੋਕਾਂ ਨੂੰ ਪਹੁੰਚ ਚੁੱਕਾ।
ਲੁੱਟਮਾਰ ਬੇਟੀ ਚੱਲ ਰਹੀ ਹੈ। ਜਿਹੜਾ ਵੋਟਾਂ ਦਾ ਰਾਜ ਪ੍ਰਬੰਧ ਬਣਿਆ 1975 ਸਾਲ ਪਹਿਲਾਂ 47 ਤੋਂ ਬਾਅਦ ਇੱਕ ਫੌਜੀ ਜਾਤੀ ਆ ਸਾਮਰਾਜੀ ਮੁਲਕਾਂ ਦੀ ਉਸ ਤਰ੍ਹਾਂ ਨੋਟਿਸ ਛੋੜਿਆ, ਸਾਮਰਾਜੀ ਕੰਪਨੀ ਨੇ ਉਸ ਤਰ੍ਹਾਂ ਨੋਟਿਸ ਛੋੜਿਆ ਕਿ ਸਰਮਾਏਦਾਰਾਂ ਦੀ ਤਾਨਾਸ਼ਾਹੀ, ਵੋਟਾਂ ਪੈਣ ਨੂੰ ਵੋਟਾਂ ਅਸਲ ਵਿੱਚ ਕੋਈ ਵੋਟਾਂ ਦਾ ਰਾਜ ਨਹੀਂ, ਵੋਟਾਂ ਭ੍ਰਿਸ਼ਟਾਚਾਰ ਕੇ ਟਿਕੀਆਂ ਜਾਵਾਂ। ਹੋਰ ਜਿੰਨਾ ਵੀ ਗਲਤ ਕੰਮ ਇਹਨਾਂ ਵੋਟਾਂ ਦੇ ਵਿੱਚ ਹੋ ਰਿਹਾ ਕਿ ਸਰਮਾਏਦਾਰਾਂ ਦੀ, ਕਾਰਪੋਰੇਟਾਂ ਦੀ ਸੇਵਾ ਦੇ ਵਿੱਚ ਜਿਹੜੇ ਵੋਟਾਂ ਵਾਲੇ ਜਿਹੜੇ ਵੀ ਆਗੂ ਬਣ ਜਾਂਦੇ ਆ, ਭਾਵੇਂ ਉਹ ਕੇਂਦਰ 'ਚ ਬਣ ਜਾਣ ਚਾਹੇ ਉਹ ਸੂਬੇ 'ਚ ਬਣ ਜਾਣ, ਉਹਨਾਂ ਦੀ ਸੇਵਾ ਦੇ ਵਿੱਚ ਭੁਗਤਦੇ ਆ, ਦਲਾਲ ਬਣ ਕੇ ਕੰਮ ਕਰਦੇ ਆ। ਉਹਨਾਂ ਦੀ ਸੇਵਾ 'ਚ ਭੁਗਤਣ ਕਰਕੇ ਇਹ 3 ਖੇਤੀ ਕਾਨੂੰਨ ਆਏ। 3 ਖੇਤੀ ਕਾਨੂੰਨ ਤੋਂ ਪਹਿਲਾਂ ਇਹ ਨਹੀਂਗਾ ਕਿ ਨੀਤੀਆਂ ਲਾਗੂ ਨਹੀਂ ਹੋਈਆਂ। ਸਕੂਲ ਉਹ ਲੈ ਗਏ, ਹਸਪਤਾਲ ਉਹ ਲੈ ਗਏ, ਪੀਣ ਵਾਲਾ ਪਾਣੀ ਉਹ ਲੈ ਗਏ, ਬਿਜਲੀ ਤੁਹਾਡੀ ਉਹ ਲੈ ਗਏ, ਡੀਜ਼ਲ ਪੈਟਰੋਲ ਦਾ ਕੰਟਰੋਲ ਉਹ ਲੈ ਗਏ, ਸੜਕਾਂ ਉਹ ਲੈ ਗਏ, ਰੇਲਵੇ ਉਹ ਲੈ ਗਏ, LIC ਬੀਮਾ ਕੰਪਨੀ ਲੈ ਗਏ, ਸਾਰੇ ਦੇਸ਼ ਦੇ ਜਨਤਕ ਅਦਾਰੇ ਵੇਚਦੇ, ਜੰਗਲ ਜ਼ਮੀਨ ਪਹਾੜ ਸਭ ਕੁਝ ਲੈ ਗਏ। ਖੀਰ ਦੇ ਉੱਤੇ ਉਹ ਖੇਤੀ ਮੰਡੀ ਤੇ ਕਿਸਾਨਾਂ ਦੀ ਜ਼ਮੀਨ ਤੇ ਹਮਲਾ ਕੀਤਾ 3 ਖੇਤੀ ਕਾਨੂੰਨਾਂ ਨੇ। ਇਹ ਦੇਖੋ, ਇਹ ਖੇਤੀਬਾੜੀ ਦਾ ਜਿਹੜਾ ਵਪਾਰ ਹੈ ਦੁਨੀਆ 'ਚ ਦੂਜੇ ਨੰਬਰ ਤੇ ਹੈ। ਮੈਡੀਕਲ ਤੋਂ ਬਾਅਦ ਸਭ ਤੋਂ ਵੱਡਾ ਵਪਾਰ ਖੇਤੀਬਾੜੀ ਦਾ, ਕਿਉਂਕਿ ਇਹ ਤੋਂ ਬਗੈਰ ਬੰਦਾ ਜਿਹੜਾ ਜਿੰਦਾ ਨਹੀਂ ਰਹਿ ਸਕਦਾ ਜੋ ਆਪਾਂ ਖੇਤਾਂ 'ਚ ਪੈਦਾ ਕਰਦੇ ਹਾਂ। ਇਹ ਕਿੰਨਾ ਵੱਡਾ ਵਪਾਰ ਆ। ਇਹ ਆਪਣੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਇਕੱਲਾ 15 ਲੱਖ ਅਰਬ ਡਾਲਰ ਦਾ ਵਪਾਰ, 15 ਲੱਖ ਅਰਬ ਡਾਲਰ ਦਾ ਵਪਾਰ। ਤੇ ਇਹ ਐਡਾ ਵੱਡਾ ਵਪਾਰ ਦੇ ਉੱਤੇ ਜਾਨੀਆਂ ਬਾਨੀਆਂ ਦੇ ਕਬਜ਼ੇ ਕਰਾਉਣ ਦੀ, ਕਾਰਪੋਰੇਟਾਂ ਦੇ ਕਬਜ਼ੇ ਕਰਾਉਣ ਦੀ ਮੋਦੀ ਨੇ ਸਾਰੀ ਵਿਰੋਧਬੰਦੀ ਕੀਤੀ ਸੀ। ਸਾਡੀ ਜ਼ਮੀਨ ਵੀ ਜਾਣੀ ਸੀ, ਸਾਡੀ ਮੰਡੀ ਵੀ ਜਾਣੀ ਸੀ, ਖੇਤੀ ਮੰਡੀ। ਇਹੀ 2 ਚੀਜ਼ਾਂ ਬੱਚੀਆਂ ਹੀ ਮਾੜੀਆਂ ਮੋਟੀਆਂ। ਉਹ ਤਰ੍ਹਾਂ ਤੁਹਾਡੇ ਬੀਜੇ ਦਾ ਕਾਰੋਬਾਰ ਵੀ ਲੈ ਗਏ, ਉਹ ਖਾਦਾਂ ਦਾ ਵੀ ਉਹਨਾਂ ਕੋਲ, ਦਵਾਈਆਂ ਦਾ ਵੀ ਉਹਨਾਂ ਕੋਲ, ਜਿੰਨੀਆਂ ਚੀਜ਼ਾਂ ਸੀ ਜਿਹੜੀਆਂ ਵਰਤਦੇ ਆ ਖੇਤੀ ਦੇ ਵਿੱਚ ਇਨਪੁਟਸ, ਸਾਰੀਆਂ ਤੇ ਕਬਜ਼ਾ ਉਹਨਾਂ ਦਾ। ਪਰ ਹੁਣ ਉਹ ਜ਼ਮੀਨ ਥਿਆਉਣ ਵਾਸਤੇ ਆਏ ਸੀ। ਉਸ ਦਾ ਖਿਲਾਫ ਇਹ ਮੋਰਚਾ ਲੱਗਾ ਸੀ, ਜਿਹਦੇ ਵਿੱਚ ਪੰਜਾਬ ਵਾਲਿਆਂ ਨੇ ਪਹਿਲ ਕੀਤੀ। ਉਸ ਤੋਂ ਬਾਅਦ ਹਰਿਆਣਾ, ਯੂਪੀ, ਸਾਰਾ ਦੇਸ਼ ਇਹਦੇ ਨਾਲ ਜੁੜਦਾ ਚਲਾ ਗਿਆ, ਕਿਉਂਕਿ ਇਹ ਆਮ ਲੋਕਾਂ ਦੀ ਮੰਗ ਬਣ ਗਿਆ। ਆਮ ਲੋਕਾਂ ਨੂੰ ਇਹਦੇ ਨਾਲ ਔਕੜਾਂ ਮੁਸੀਬਤਾਂ ਆਉਣੀਆਂ ਸੀ, ਕਿਸਾਨਾਂ ਨਾਲ ਕਿੱਤਾ ਜਾਣਾ ਹੀ ਜਾਣਾ ਸੀ। ਲੋਕਾਂ ਨੂੰ ਵੀ ਬਹੁਤ ਮਹਿੰਗੀਆਂ ਚੀਜ਼ਾਂ ਖਾਣ ਵਾਲੀਆਂ ਜਿਹੜੀਆਂ ਵਸਤਾਵਾਂ ਮਿਲਦੀਆਂ ਸੀ। ਇਹਦੇ ਬਾਰੇ ਮੇਰੇ ਭਰਾ ਬੈਠੇ, ਤੁਸੀਂ ਸਾਰੇ ਬਾਬੇ ਬਕਾਲੇ ਵਾਲੇ, ਬਹੁਤ ਜ਼ਿਆਦੀਆਂ ਅੱਜ ਸ਼ਖਸੀਅਤਾਂ ਮਿਲੀਆਂ ਵਾ। ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੇ ਚਿਰਾਂ ਬਾਅਦ, ਕੋਈ ਮੇਰੇ ਖਿਆਲ 7-8 ਸਾਲ ਬਾਅਦ ਇੰਨਾ ਚਿਰ ਹੋ ਗਿਆ। ਤੇ ਮੈਂ ਜਦੋਂ ਤੁਹਾਡੇ ਕੋਲ 6 ਨੂੰ ਆਇਆ ਸੀ 2006 'ਚ, ਤੇ 13-14 ਤੱਕ ਇੱਥੇ ਰਿਹਾ। ਤੇ ਮੈਂ ਤੁਹਾਨੂੰ ਇੱਕ ਗੱਲ, ਜਿਹੜੇ ਪੁਰਾਣੇ ਆਗੂ ਸਾਹਿਬਾਨ ਆ ਉਹ ਸਾਰੀ ਗੱਲ ਨੂੰ ਜਾਣਦੇ ਆ। ਮੈਂ ਇੱਕ ਗੱਲ ਦਾ ਨਾਮ ਤੁਹਾਡੀ ਜ਼ਮੀਨ ਤੇ ਹਮਲਾ ਹੋਣਾ, ਇੱਕ ਦਿਨ ਤੁਹਾਡੀ ਜ਼ਮੀਨ ਨਗਰੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਾਡੇ ਵਿੱਚ ਮੌਜੂਦ ਨੇ ਸੂਬਾ ਪ੍ਰਧਾਨ ਸਤਨਾਮ ਸਿੰਘ ਜੀ ਪੰਨੂ,
ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਦਿੱਲੀ ਮੋਰਚੇ ਫਤਿਹ ਕੀਤਾ ਇਹਦੇ ਵਿੱਚ ਆਪਣੀਆਂ ਉਪਲਬਧੀਆਂ ਤੇ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਬਾਰੇ ਇਹਨਾਂ ਕੀ ਕਹਿਣਾ ਸਤਨਾਮ ਸਿੰਘ ਜੀ। ਅੱਜ ਬਾਬਾ ਬਕਾਲਾ ਜ਼ੋਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨਾਂ ਉੱਤੇ ਸਮਾਗਮ ਕਰਵਾਇਆ ਗਿਆ ਵਾ ਫਤਿਹ ਦਿੱਲੀ ਜਿਹੜਾ ਮੋਰਚਾ ਉਹਨੂੰ ਫਤਿਹ ਕਰਨ ਦੇ ਸੰਬੰਧ ਦੇ ਵਿੱਚ। ਉਹਦੇ ਵਿੱਚ ਸਾਰੇ ਸਾਡੇ ਜਿਹੜੇ ਸ਼ਹੀਦ ਹੋਏ ਕਿਸਾਨ ਜਾਂ ਜਿਹੜੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਮੋਰਚੇ 'ਚ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਵਾ। ਤੇ ਦਿੱਲੀ ਮੋਰਚੇ ਦੇ ਵਿੱਚ ਜਿਹੜੀ ਜਿੱਤ ਹੋਈ ਆ 3 ਖੇਤੀ ਕਾਨੂੰਨਾਂ ਦੇ, ਉਹ ਬਹੁਤ ਵੱਡੀ ਜਿੱਤ ਆ, ਦੁਨੀਆ ਭਰ ਦੇ ਲੋਕਾਂ ਦੀ ਜਿੱਤ ਆ, ਪੰਜਾਬ ਦੇ ਦੇਸ਼ ਦੇ ਲੋਕਾਂ ਦੀ ਜਿੱਤ ਆ। ਤੇ ਅਸੀਂ ਉਸ ਜਿੱਤ ਨੂੰ ਸਾਰੇ ਲੋਕਾਂ ਨੂੰ ਉਹ ਜਿੱਤ ਦਾ ਸਿਹਰਾ ਜਿਹੜਾ ਉਹ ਦਿੰਦੇ ਆ। ਤੇ ਨਾਲ ਹੀ ਅਸੀਂ ਇਹ ਕਹਿੰਦੇ ਆ ਵੀ ਜਿਹੜੀਆਂ ਬਾਕੀ ਮੰਗਾਂ ਵਾ ਉਹ ਸਾਡੀਆਂ ਜੇ ਉਸੇ ਤਰ੍ਹਾਂ ਖਲੋਤੀਆਂ, MSP ਦੀ ਕਮੇਟੀ ਬਣਾਉਣ ਦੀ ਗੱਲ ਆ, ਜਿਸ ਤਰ੍ਹਾਂ ਹਵਾ ਪ੍ਰਦੂਸ਼ਣ ਐਕਟ ਦੀ ਗੱਲ ਆ, ਜਾਂ ਬਿਜਲੀ ਸੋਧ ਬਿੱਲ 2020 ਦੀ ਗੱਲ ਆ, ਜਾਂ ਜਿਹੜੇ ਪਰਚੇ ਹੋਏ ਆ ਉੱਥੇ ਦਿੱਲੀ ਦੇ, UP ਦੇ, ਹਰਿਆਣੇ ਦੀ ਸਰਕਾਰ ਨੇ ਕੀਤੇ ਹੋਏ ਆ, ਉਹ ਵੀ ਅਜੇ ਪਰਚਿਆਂ 'ਚ ਕੋਈ ਰੱਦ ਨਹੀਂ ਕੀਤਾ। ਇਸੇ ਤਰ੍ਹਾਂ ਜਿਹੜੇ ਆਪਣੇ ਮੁਆਵਜ਼ਾ ਵਾ ਉਹ ਕਿਸੇ ਸ਼ਹੀਦ ਪਰਿਵਾਰ ਨੂੰ ਨਾ UP ਦੀ ਨਾ ਹਰਿਆਣੇ ਸਰਕਾਰ ਨੇ ਦਿੱਤਾ ਵਾ ਤੇ ਨਾ ਸ਼ਹੀਦ ਮੰਨਿਆ ਵਾ। ਇੱਥੋਂ ਤੱਕ ਇੱਕ ਲਫ਼ਜ਼ ਵੀ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਨੇ, ਜਾਂ ਕਿ ਭਾਜਪਾ ਦੇ ਆਗੂ ਨੇ ਜਾਂ ਕੇਂਦਰ ਸਰਕਾਰ ਨੇ ਅਜੇ ਤੱਕ ਅਫਸੋਸ ਦਾ ਪ੍ਰਗਟ ਨਹੀਂ ਕੀਤਾ ਜਿਹੜੇ 750 ਕਿਸਾਨ ਸ਼ਹੀਦ ਹੋਏ ਆ। ਇਸ ਕਰਕੇ ਉਹ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਦੂਰੀਆਂ ਪਈਆਂ, ਉਹਨਾਂ ਮੰਗਾਂ ਵਾਸਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਸੰਘਰਸ਼ ਹੈ ਉਹਨੂੰ ਹੋਰ ਤੇਜ਼ ਕਰਾਂਗੇ। ਤੇ ਜਿਹੜੇ ਆਪਣੇ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀਆਂ ਨੀਤੀਆਂ ਜਿਹੜੀਆਂ ਉਹ ਕਾਰਪੋਰੇਟ ਪੱਖੀ ਆ, ਕਾਰਪੋਰੇਟਾਂ ਦੇ ਹੱਕ ਦੇ ਵਿੱਚ ਉਹ ਖਲੋਤੇ ਹੋਏ ਆ। ਤੇ ਅਸੀਂ ਉਹਨਾਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਜਿਹੜਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਪੱਧਰ 'ਤੇ ਕਰਕੇ 26 ਜਨਵਰੀ ਨੂੰ ਅਸੀਂ ਫਤਿਹ ਦਿਹਾੜਾ ਜੰਡਿਆਲਾ ਗੁਰੂ ਦਾਣਾ ਮੰਡੀ 'ਚ ਮਨਾ ਰਹੇ ਹਾਂ, ਜਿਹਦੇ ਵਿੱਚ ਸ਼ਹੀਦਾਂ ਨੂੰ ਤਾਂਜਲੀ ਦਿੱਤੀ ਜਾਊਗੀ। ਤੇ ਨਾਲ ਹੀ ਜਿਹੜਾ ਲੋਕ ਪੱਖੀ ਤੇ ਕੁਦਰਤ ਪੱਖੀ ਬਦਲਿਆ ਉਹਦਾ ਇੱਕ ਵਿਜ਼ਨ ਜਿਹੜਾ ਉਹ ਲੋਕਾਂ ਦੇ ਸਾਹਮਣੇ ਏਜੰਡੇ ਦੇ ਤੌਰ ਤੇ ਰੱਖਿਆ ਜਾਊਗਾ ਵੀ ਆਹ ਵੋਟਾਂ ਵਾਲੇ ਪ੍ਰਬੰਧ ਜਿਹੜਾ ਵਾ ਜੋ ਇਹ ਕਾਰਪੋਰੇਟ ਪੱਖੀ ਪ੍ਰਬੰਧ ਆ, ਇਹਦੇ ਉਲਟ ਜਿਹੜਾ ਇੱਕ ਪ੍ਰਬੰਧ ਆ ਉਹ ਲੋਕ ਪੱਖੀ ਤੇ ਕੁਦਰਤ ਪੱਖੀ ਉਹ ਆਪਾਂ ਕਿਹੜੇ ਤਰੀਕੇ ਨਾਲ ਬਣਾ ਸਕਦੇ ਆ, ਉਹਦੀਆਂ ਕੀ ਉਹਦੀਆਂ ਨਿਯਮ ਆ, ਕਿਸ ਤਰੀਕੇ ਨਾਲ ਸਾਨੂੰ ਕੰਮ ਕਰਨਾ ਪਊਗਾ, ਕਿਸ ਤਰ੍ਹਾਂ ਲੋਕਾਂ ਨੂੰ ਸ਼ਾਮਲ ਕਰਨਾ ਵਾ, ਉਹ ਸਾਰੀ ਜਿਹੜੀ ਵਿਆਖਿਆ ਵਾ ਉਹਦੀ ਕੀਤੀ ਜਾਊਗੀ। ਉਹਦੇ ਨਾਲ ਕੀ ਲੋਕਾਂ ਦੇ ਫਾਇਦੇ ਹੋਣਗੇ ਉਸ ਪ੍ਰਬੰਧ ਨਾਲ, ਉਹ ਵੀ ਉਹਦੇ ਵਿੱਚ ਸਾਰੇ ਉਹ ਦੱਸੇ ਜਾਣਗੇ। ਤੇ ਜਿਹੜੇ ਸਾਡੇ ਬਾਕੀ ਮੰਗਾਂ ਵਾ ਸਹਿਮਤੀ ਪੱਤਰ ਮੋਦੀ ਸਰਕਾਰ ਨੇ ਸਹਿਮਤੀ ਪੱਤਰ ਦਿੱਤਾ ਸੀ 5 ਮੰਗਾਂ ਦੇ ਉੱਤੇ 6 ਮੰਗਾਂ ਦੇ ਉੱਤੇ, ਪਰ ਉਹਦੇ 'ਚੋਂ ਕੋਈ ਮੰਗ ਲਾਗੂ ਨਹੀਂ ਕੀਤੀ। ਉਹ ਸਾਡੀ ਮੰਗ ਆ ਤੁਰੰਤ ਉਹਨਾਂ ਮੰਗਾਂ ਨੂੰ ਜੋ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਸਹਿਮਤੀ ਪੱਤਰ 9 ਦਸੰਬਰ ਨੂੰ ਦਿੱਤਾ ਗਿਆ ਵਾ, ਉਸ ਤੋਂ ਬਾਅਦ ਮੋਰਚਾ ਮੁਲਤਵੀ ਕੀਤਾ ਗਿਆ ਵਾ ਤੇ ਉਹ ਲਾਗੂ ਕੀਤਾ ਜਾਵੇ। ਨਹੀਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸੰਘਰਸ਼ ਤੇਜ਼ ਕਰਾਂਗੇ। ਸੰਯੁਕਤ ਮੋਰਚੇ ਵੱਲੋਂ ਕੱਲ੍ਹ ਮੀਟਿੰਗ ਕੀਤੀ ਗਈ ਆ, ਉਸ ਮੀਟਿੰਗ ਦੇ ਵਿੱਚ 31 ਤਰੀਕ ਨੂੰ ਵਿਸ਼ਵਾਸਘਾਤ ਦਿਹਾੜਾ ਬਣਾਉਣ ਦਾ ਦੇਸ਼ ਭਰ ਦੇ ਵਿੱਚ ਉਹਨਾਂ ਐਲਾਨ ਕੀਤਾ ਵਾ। ਉਹਦੀ ਵੀ ਅਸੀਂ ਹਮਾਇਤ ਕਰਦੇ ਹਾਂ। ਉਹਦੇ ਵਿੱਚ ਵੱਧ ਚੜ੍ਹ ਕੇ ਆਪਣੇ ਕੇਂਦਰ ਸਰਕਾਰ ਦੇ ਪੁਤਲੇ ਫੂਕਾਂਗੇ ਜ਼ਿਲ੍ਹਾ ਹੈਡਕੁਆਟਰਾਂ ਦੇ ਉੱਤੇ, ਤਹਿਸੀਲਾਂ ਦੇ ਉੱਤੇ। ਉਹ ਵੀ ਅਸੀਂ ਆਪਣੀ ਜਥੇਬੰਦੀ ਵੱਲੋਂ ਜਿਹੜਾ ਵਾ ਪੂਰੀ ਤਰ੍ਹਾਂ ਵੱਧ ਚੜ੍ਹ ਕੇ ਉਹਦੇ ਵਿੱਚ ਹਿੱਸਾ ਲਵਾਂਗੇ। ਕੇਂਦਰ ਸਰਕਾਰ ਵੱਲ ਜੋ ਵੀ ਕੇਂਦਰ ਸਰਕਾਰ ਦੇ ਖਿਲਾਫ ਜੋ ਵੀ ਪ੍ਰੋਗਰਾਮ ਸਾਡੀਆਂ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਬਣਾਉਣਗੀਆਂ ਉਹਦੇ 'ਤੇ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਅੱਛਾ ਪੰਨੂ ਸਾਹਿਬ, ਇੱਕ ਹੋਰ ਸਵਾਲ ਸੀਗਾ ਕਿ ਫਿਰੋਜ਼ਪੁਰ ਜਦੋਂ ਰੈਲੀ ਹੋਣੀ ਸੀਗੀ ਮੋਦੀ ਸਾਹਿਬ ਦੀ, ਉਹਦੇ ਵਿੱਚ ਤੁਹਾਨੂੰ ਟਾਈਮ ਦਿੱਤਾ ਕਿ ਮੋਦੀ ਸਾਹਿਬ ਨੇ ਵੀ ਤੁਹਾਨੂੰ 15 ਤਰੀਕ ਨੂੰ ਮਿਲਾਂਗੇ, ਉਹਦੇ ਸੰਬੰਧ ਕੀ ਕਹੋਗੇ? ਹਾਂ ਦੇਖੋ, ਅਸੀਂ ਉਹਨਾਂ ਦਾ ਵਿਰੋਧ ਜਿਹੜਾ ਰੈਲੀ ਦਾ ਇਸ ਕਰਕੇ ਕੀਤਾ ਸੀ ਵੀ ਉਹਨਾਂ ਨੇ ਇੱਕ ਤਾਂ ਸ਼ਹੀਦ ਨਹੀਂ ਮੰਨਿਆ ਸਾਡੇ ਸ਼ਹੀਦਾਂ ਨੂੰ, ਇੱਕ ਦਾ ਅਫਸੋਸ ਦਾ ਪ੍ਰਗਟ ਨਹੀਂ ਕੀਤਾ। ਬਾਕੀ ਜਿਹੜੀਆਂ ਮੰਗਾਂ ਸਾਡੀਆਂ ਜਿਹੜੀਆਂ 9 ਤਰੀਕ ਨੂੰ 5 ਮੰਗਾਂ 6 ਮੰਗਾਂ ਮੰਨੀਆਂ ਸੀ ਉਹਨਾਂ 'ਚ ਕੋਈ ਲਾਗੂ ਨਹੀਂ ਕੀਤੀ। MSP ਦੀ ਕਮੇਟੀ ਬਣਾਉਣ ਦੀ ਗੱਲ ਸੀ, ਬਾਕੀ ਮੰਗਾਂ ਸੀ। ਇਸ ਕਰਕੇ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਵੱਡੇ ਪੱਧਰ ਤੇ ਕੀਤਾ। ਅਸੀਂ 4 ਤਰੀਕ ਨੂੰ ਨਿਕਲ ਗਏ ਸੀ, 4 ਤਰੀਕ ਨੂੰ ਜਾ ਕੇ ਸੜਕਾਂ ਜਾਮ ਕਰ ਲਈਆਂ ਸੀਗੀਆਂ ਤੇ ਰਾਤ 3 ਵਜੇ ਤੱਕ ਜਿਹੜੇ ਉਹਨਾਂ ਦਾ ਸਕਾਫਤ ਮੰਤਰੀ ਆ, ਆਪਣਾ ਕੇਂਦਰੀ ਮੰਤਰੀ ਸਕਾਫਤ ਜੀ ਆ, ਉਹਨਾਂ ਦੇ ਨਾਲ ਜਾਂ ਬਾਕੀ ਜਿਹੜਾ ਪ੍ਰਸ਼ਾਸਨ ਸੀਗਾ ਪੰਜਾਬ ਸਰਕਾਰ ਦੇ DIG IG ਅਫਸਰ ਜਿਹੜੇ DC, ਉਹਨਾਂ ਨਾਲ ਗੱਲਬਾਤ ਚੱਲਦੀ ਰਹੀ। ਉਹਦੇ ਵਿੱਚ ਉਹਨਾਂ ਮੰਗਿਆ ਸੀਗਾ ਕਿ ਅਸੀਂ 15 ਜਨਵਰੀ ਤੱਕ ਤੁਹਾਡੀ MSP ਦੀ ਕਮੇਟੀ ਬਣਾ ਦਾਂਗੇ, 31 ਜਨਵਰੀ ਤੱਕ ਸਾਰੇ ਕੇਸ ਰੱਦ ਕਰ ਦਿਆਂਗੇ। ਹਵਾ ਪ੍ਰਦੂਸ਼ਣ ਐਕਟ ਜਿਹੜਾ ਪਰਾਲੀ ਵਾਲਾ ਮੁੱਦਾ ਵਾ, ਉਹ ਜੋ ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਕੈਦ ਦੀ ਜਿਹੜੀ ਕਿਸਾਨਾਂ ਨੂੰ ਵਿਵਸਥਾ ਕੀਤੀ ਗਈ ਆ, ਉਹ ਅਸੀਂ ਰੱਦ ਕਰਤਾ ਵਾ। ਉਹਦੀ ਛੱਡ ਉਹ ਕਾਪੀ ਲੈ ਲਓ, ਉਹ ਕਾਪੀ ਦੇ ਵੀ ਦਿੱਤੀ ਸਾਨੂੰ, ਉਹ ਸਾਨੂੰ ਉਹ ਕਾਪੀ ਆ ਗਈ ਸੀ। ਪਰ ਉਸ ਤੋਂ ਬਾਅਦ ਜਿਹੜਾ ਵਾ ਅਗਲੇ ਦਿਨ ਜਿਹੜੀ ਚਿੱਠੀ ਆਉਣੀ ਸੀ ਲੈਟਰ ਪੈਡ ਦੇ ਉੱਤੇ, ਇੱਕ ਸਕਾਫਤ ਸਾਹਿਬ ਦੇ ਲੈਟਰ ਪੈਡ ਤੇ ਸਾਨੂੰ ਉਹ ਚਿੱਠੀ ਨਹੀਂ ਆਈ। ਅਸੀਂ ਦੁਬਾਰਾ ਸੜਕਾਂ ਜਾਮ ਕਰਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਮੋਦੀ ਸਾਹਿਬ ਦੀ ਜਿਹੜੀ ਰੈਲੀ ਆ ਉਹ ਆਣ ਕੇ ਰਸਤੇ 'ਚੋਂ ਮੁੜ ਗਏ। ਤੇ ਇਸ ਕਰਕੇ ਹੁਣ ਉਸ 15 ਤਰੀਕ ਦੀ ਮੀਟਿੰਗ ਬਾਰੇ ਅਜੇ ਭੰਬਲ ਭੂਸਾ ਵਾ, ਅਜੇ ਕੋਈ ਪੱਕਾ ਨਹੀਂ। ਠੀਕ ਹੈ, ਇਹਦਾ ਮਤਲਬ ਇਹ ਐਤਕੀ ਜਿਹੜੀਆਂ ਤੁਸੀਂ ਐਲਾਨ ਪਹਿਲਾਂ ਕੀਤਾ ਸੀਗਾ ਵੀ ਚੋਣਾਂ ਵਿੱਚ ਹਿੱਸਾ ਨਹੀਂ ਲਵਾਂਗੇ, ਦੂਜੀਆਂ ਪਾਰਟੀਆਂ ਨੇ ਲਿਆ, ਇਹਦੇ ਬਾਰੇ ਕੀ ਹੈ? ਹਾਂ ਦੇਖੋ, ਸਾਡਾ ਅਸੀਂ ਪਿਛਲੇ 20 ਸਾਲ ਤੋਂ 21 ਸਾਲ ਤੋਂ ਜਥੇਬੰਦੀ ਚੱਲ ਰਹੀ ਆ ਪੰਜਾਬ ਦੇ ਵਿੱਚ।
ਉਹਨਾਂ ਇੱਕ ਵਿਧਾਨ ਸਾਡੇ ਕੋਲ ਬਣਿਆ ਹੋਇਆ, ਵਿਧਾਨ ਦੇ ਮੁਤਾਬਕ ਅਸੀਂ ਚੱਲਦੇ ਹਾਂ। ਵਿਧਾਨ ਦੇ ਵਿੱਚ ਸਾਡਾ ਕੋਈ ਵੀ ਵਰਕਰ ਪਿੰਡ ਪੱਧਰ ਤੋਂ ਲੈ ਕੇ ਉੱਪਰ ਤੱਕ ਸੂਬੇ ਤੱਕ ਕੋਈ ਵੀ ਚੋਣ 'ਚ ਹਿੱਸਾ ਨਹੀਂ ਲੈ ਸਕਦਾ। ਇੱਥੋਂ ਤੱਕ ਕਿ ਪੰਚਾਇਤ ਦੀ ਚੋਣ 'ਚ ਵੀ ਹਿੱਸਾ ਨਹੀਂ ਲੈ ਸਕਦਾ। ਆਹ ਵੋਟ ਪਾ ਸਕਦਾ ਵਾ। ਤੇ ਅਸੀਂ ਅੱਜ ਤੱਕ ਕਿਸੇ ਵੀ ਜਥੇਬੰਦੀ ਨੂੰ ਜਾਂ ਕਿਸੇ ਪਾਰਟੀ ਨੂੰ, ਰਾਜਨੀਤਿਕ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਨਾ ਹਮਾਇਤ ਕੀਤੀ ਆ, ਨਾ ਕਦੀ ਵੋਟਾਂ 'ਚ ਹਿੱਸਾ ਲਿਆ ਵਾ। ਹੁਣ ਵੀ ਸਾਡਾ ਇਹ ਸਟੈਂਡ ਆ, ਨਾ ਅਸੀਂ ਕਿਸੇ ਦੀ ਹਮਾਇਤ ਕਰਾਂਗੇ, ਨਾ ਸਾਡਾ ਕੋਈ ਬੰਦਾ ਵੋਟਾਂ 'ਚ ਹਿੱਸਾ ਲੈ ਰਿਹਾ। ਜਿਹੜੇ ਸਾਡੀਆਂ 22 ਜਥੇਬੰਦੀਆਂ ਇਹਨਾਂ ਵੋਟਾਂ 'ਚ ਹਿੱਸਾ ਲਿਆ ਵਾ, ਲੈਣ ਜਾ ਰਹੀਆਂ ਵਾ, ਉਹ ਕਿਸਾਨ ਲਹਿਰ ਵਾਸਤੇ ਚੰਗੀ ਗੱਲ ਹੈ। ਇਹ ਸਾਂਝੀ ਸਤਨਾਮ ਸਿੰਘ ਜੀ ਪੰਨੂ, ਸੁਰਜੀਤ ਸਿੰਘ ਕੈਮਰਾਮੈਨ ਨਾਲ ਸਤਨਾਮ ਸਿੰਘ। ਇੱਕੋ ਸਵਾਲ ਸਰ, ਜਿਸ ਤਰ੍ਹਾਂ ਉਹਨਾਂ ਦੀ ਦਿਹਾੜੀ ਦਾ ਮਸਲਾ ਵਾ, ਉਹਨਾਂ ਦੇ ਜਿਹੜੇ ਹੈਗੇ ਆ ਆਟਾ ਦਾਲ ਖੰਡ ਚਾਹ ਪੱਤੀ ਜਿਸ ਤਰ੍ਹਾਂ ਇਹਨਾਂ ਵਾਅਦੇ ਕੀਤੇ ਸੀਗੇ, ਜਾਂ ਜਿਹੜੀ ਪੈਨਸ਼ਨ ਦਾ ਮਸਲਾ ਵਾ, ਜਾਂ ਜਿਹੜਾ 51,000 ਸਗਨ ਸਕੀਮ ਦਾ ਮਸਲਾ ਵਾ। ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਨੇ ਜ਼ਮੀਨਾਂ ਪੁੱਟ ਕੇ ਜੰਗਲ ਜਿਹੜੇ ਆ ਉਹ ਪੁੱਟ ਕੇ ਜਿਹੜੀਆਂ ਬਾਤ ਕੀਤੀਆਂ ਵਾ, ਉਹਨਾਂ ਨੂੰ ਪੱਕੇ ਲੈਣ ਦਾ, ਪੱਕੇ ਮਾਲਕੀ ਹੱਕ ਦੇਣ ਦੀ ਗੱਲ ਆ। ਤੇ ਨਾਲ ਜਿਹੜੀਆਂ ਸਾਡੇ ਕੋਲ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਵਾਧੂ ਫਾਲਤੂ ਆ, ਜਿਹੜੀ ਇਹਨਾਂ ਸਰਮਾਏਦਾਰਾਂ ਕੋਲ ਆ, ਇਹਨਾਂ ਕਾਰਪੋਰੇਟਾਂ ਕੋਲ ਆ, ਜਾਂ ਆਪਣੇ ਇਹਨਾਂ ਜਿਹੜੇ ਹੈਗੇ ਆ MLA ਆ, ਮੰਤਰੀ ਆ, ਭਾਵੇਂ ਕਿਸੇ ਪਾਰਟੀ 'ਚ ਰਹੇ ਹੋਣ, ਉਹਨਾਂ ਦੇ ਕੋਲ ਆ ਬੜੀ ਲੁੱਟ ਮੁੱਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜੇ ਹਾਂ ਗੁਰੂ ਤੇਗ ਬਹਾਦਰ ਦੀ ਨਗਰੀ ਗੁਰਦੁਆਰਾ ਬਾਬਾ ਬਗਲਾ ਸਾਹਿਬ ਵਿਖੇ। ਸਾਡੇ ਵਿੱਚ ਮੌਜੂਦ ਨੇ ਸੂਬਾ ਪ੍ਰਧਾਨ ਸਤਨਾਮ ਸਿੰਘ ਜੀ ਪੰਨੂ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਦਿੱਲੀ ਮੋਰਚੇ ਫਤਿਹ ਕੀਤਾ ਇਹਦੇ ਵਿੱਚ ਆਪਣੀਆਂ ਉਪਲਬਧੀਆਂ ਤੇ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਬਾਰੇ ਇਹਨਾਂ ਕੀ ਕਹਿਣਾ। ਸਤਨਾਮ ਸਿੰਘ ਜੀ ਪੰਨੂ। ਹਾਂਜੀ, ਅੱਜ ਬਾਬਾ ਬਕਾਲਾ ਜ਼ੋਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨਾਂ ਉੱਤੇ ਸਮਾਗਮ ਕਰਵਾਇਆ ਗਿਆ ਵਾ। ਫਤਿਹ ਦਿੱਲੀ ਜਿਹੜਾ ਮੋਰਚਾ ਉਹਨੂੰ ਫਤਿਹ ਕਰਨ ਦੇ ਸੰਬੰਧ ਦੇ ਵਿੱਚ, ਉਹਦੇ ਵਿੱਚ ਸਾਰੇ ਸਾਡੇ ਜਿਹੜੇ ਸ਼ਹੀਦ ਹੋਏ ਕਿਸਾਨ ਜਾਂ ਜਿਹੜੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਮੋਰਚੇ 'ਚ, ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਵਾ। ਤੇ ਦਿੱਲੀ ਮੋਰਚੇ ਦੇ ਵਿੱਚ ਜਿਹੜੀ ਜਿੱਤ ਹੋਈ ਆ 3 ਖੇਤੀ ਕਾਨੂੰਨਾਂ ਦੇ, ਉਹ ਬਹੁਤ ਵੱਡੀ ਜਿੱਤ ਆ। ਦੁਨੀਆ ਭਰ ਦੇ ਲੋਕਾਂ ਦੀ ਜਿੱਤ ਆ, ਪੰਜਾਬ ਦੇ ਦੇਸ਼ ਦੇ ਲੋਕਾਂ ਦੀ ਜਿੱਤ ਆ। ਤੇ ਅਸੀਂ ਉਸ ਜਿੱਤ ਨੂੰ, ਸਾਰੇ ਲੋਕਾਂ ਨੂੰ ਉਹ ਜਿੱਤ ਦਾ ਸਿਹਰਾ ਜਿਹੜਾ ਉਹ ਦਿੰਦੇ ਆ। ਤੇ ਨਾਲ ਹੀ ਅਸੀਂ ਇਹ ਕਹਿੰਦੇ ਆ ਵੀ ਜਿਹੜੀਆਂ ਬਾਕੀ ਮੰਗਾਂ ਵਾ ਉਹ ਸਾਡੀਆਂ ਜੇ ਉਸੇ ਤਰ੍ਹਾਂ ਖਲੋਤੀਆਂ। MSP ਦੀ ਕਮੇਟੀ ਬਣਾਉਣ ਦੀ ਗੱਲ ਆ, ਜਿਸ ਤਰ੍ਹਾਂ ਹਵਾ ਪ੍ਰਦੂਸ਼ਣ ਐਕਟ ਦੀ ਗੱਲ ਆ, ਜਾਂ ਬਿਜਲੀ ਸੋਧ ਬਿੱਲ 2020 ਦੀ ਗੱਲ ਆ, ਜਾਂ ਜਿਹੜੇ ਪਰਚੇ ਹੋਏ ਆ ਉੱਥੇ ਦਿੱਲੀ ਦੇ, UP ਦੇ, ਹਰਿਆਣਾ ਦੀ ਸਰਕਾਰ ਨੇ ਕੀਤੇ ਹੋਏ ਆ, ਉਹ ਵੀ ਅਜੇ ਪਰਚਿਆਂ 'ਚ ਕੋਈ ਰੱਦ ਨਹੀਂ ਕੀਤਾ। ਇਸੇ ਤਰ੍ਹਾਂ ਜਿਹੜੇ ਆਪਣੇ ਮੁਆਵਜ਼ਾ ਵਾ ਉਹ ਕਿਸੇ ਸ਼ਹੀਦ ਪਰਿਵਾਰ ਨੂੰ ਨਾ UP ਦੀ ਨਾ ਹਰਿਆਣਾ ਸਰਕਾਰ ਨੇ ਦਿੱਤਾ ਵਾ, ਤੇ ਨਾ ਸ਼ਹੀਦ ਮੰਨਿਆ ਵਾ। ਇੱਥੋਂ ਤੱਕ ਇੱਕ ਲਫ਼ਜ਼ ਵੀ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਨੇ, ਜਾਂ ਕਿ ਭਾਜਪਾ ਦੇ ਆਗੂ ਨੇ, ਜਾਂ ਕੇਂਦਰ ਸਰਕਾਰ ਨੇ ਅਜੇ ਤੱਕ ਅਫਸੋਸ ਦਾ ਪ੍ਰਗਟ ਨਹੀਂ ਕੀਤਾ ਜਿਹੜੇ 750 ਕਿਸਾਨ ਸ਼ਹੀਦ ਹੋਏ ਆ। ਇਸ ਕਰਕੇ ਉਹ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਅਧੂਰੀਆਂ ਪਈਆਂ, ਉਹਨਾਂ ਮੰਗਾਂ ਵਾਸਤੇ ਆਉਣ ਵਾਲੇ ਸਮੇਂ 'ਚ ਜਿਹੜਾ ਸੰਘਰਸ਼ ਹੈ ਉਹਨੂੰ ਹੋਰ ਤੇਜ਼ ਕਰਾਂਗੇ। ਤੇ ਜਿਹੜੇ ਆਪਣੇ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀਆਂ ਨੀਤੀਆਂ ਜਿਹੜੀਆਂ ਉਹ ਕਾਰਪੋਰੇਟ ਪੱਖੀ ਆ, ਕਾਰਪੋਰੇਟਾਂ ਦੇ ਹੱਕ ਦੇ ਵਿੱਚ ਉਹ ਖਲੋਤੇ ਹੋਏ ਆ। ਤੇ ਅਸੀਂ ਉਹਨਾਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਜਿਹੜਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਪੱਧਰ ਤੇ ਕਰਕੇ 26 ਜਨਵਰੀ ਨੂੰ ਅਸੀਂ ਫਤਿਹ ਦਿਹਾੜਾ ਜੰਡਿਆਲਾ ਗੁਰੂ ਦਾਣਾ ਮੰਡੀ 'ਚ ਮਨਾ ਰਹੇ ਆ, ਜਿਹਦੇ ਵਿੱਚ ਸ਼ਹੀਦਾਂ ਨੂੰ ਤਾਜਲੀ ਦਿੱਤੀ ਜਾਊਗੀ। ਤੇ ਨਾਲ ਹੀ ਜਿਹੜਾ ਲੋਕ ਪੱਖੀ ਤੇ ਕੁਦਰਤ ਪੱਖੀ ਬਦਲਿਆ ਉਹਦਾ ਇੱਕ ਵਿਜ਼ਨ ਜਿਹੜਾ ਉਹ ਲੋਕਾਂ ਦੇ ਸਾਹਮਣੇ ਏਜੰਡੇ ਦੇ ਤੌਰ ਤੇ ਰੱਖਿਆ ਜਾਊਗਾ ਵੀ ਆਹ ਵੋਟਾਂ ਵਾਲੇ ਪ੍ਰਬੰਧ ਜਿਹੜਾ ਵਾ, ਜੋ ਇਹ ਕਾਰਪੋਰੇਟ ਪੱਖੀ ਪ੍ਰਬੰਧ ਆ, ਇਹਦੇ ਉਲਟ ਜਿਹੜਾ ਇੱਕ ਪ੍ਰਬੰਧ ਆ ਉਹ ਲੋਕ ਪੱਖੀ ਤੇ ਕੁਦਰਤ ਪੱਖੀ, ਉਹ ਆਪਾਂ ਕਿਹੜੇ ਤਰੀਕੇ ਨਾਲ ਬਣਾ ਸਕਦੇ ਆ, ਉਹਦੀਆਂ ਕੀ ਉਹਦੀਆਂ ਨਿਯਮ ਆ, ਕਿਸ ਤਰੀਕੇ ਨਾਲ ਸਾਨੂੰ ਕੰਮ ਕਰਨਾ ਪਊਗਾ, ਕਿਸ ਤਰ੍ਹਾਂ ਲੋਕਾਂ ਨੂੰ ਸ਼ਾਮਲ ਕਰਨਾ ਵਾ, ਉਹ ਸਾਰੀ ਜਿਹੜੀ ਵਿਆਖਿਆ ਵਾ ਉਹਦੀ ਕੀਤੀ ਜਾਊਗੀ। ਉਹਦੇ ਨਾਲ ਕੀ ਲੋਕਾਂ ਦੇ ਫਾਇਦੇ ਹੋਣਗੇ ਉਸ ਪ੍ਰਬੰਧ ਨਾਲ, ਉਹ ਵੀ ਉਹਦੇ ਸਾਰੇ ਉਹ ਦੱਸੇ ਜਾਣਗੇ। ਤੇ ਜਿਹੜੇ ਸਾਡੇ ਬਾਕੀ ਮੰਗਾਂ ਵਾ, ਸਹਿਮਤੀ ਪੱਤਰ ਮੋਦੀ ਸਰਕਾਰ ਨੇ ਸਹਿਮਤੀ ਪੱਤਰ ਦਿੱਤਾ ਸੀ 5 ਮੰਗਾਂ ਦੇ ਉੱਤੇ, 6 ਮੰਗਾਂ ਦੇ ਉੱਤੇ, ਪਰ ਉਹਦੇ 'ਚੋਂ ਕੋਈ ਮੰਗ